ਸ਼ਹਾਦਤਾਂ ਸਫਰੇ ਕਿਸਾਨੀ ਸੰਘਰਸ਼ ਉਹ ਕਿਸਾਨੀ ਸੰਘਰਸ਼ ਜਿਸ ਦੀ ਜਦੋਂ ਵੀ ਗੱਲ ਕਰਾਂਗੇ ਜਦੋਂ ਵੀ ਬਾਤ ਪਾਵਾਂਗੇ ਤਾਂ ਪੂਰੀ ਦੁਨੀਆ ਉਸ ਕਿਸਾਨੀ ਸੰਘਰਸ਼ ਨੂੰ ਦੇਖੇਗੀ, ਜਾਂਚੇਗੀ, ਵਾਚੇਗੀ, ਸਮਝਣ ਦੀ ਕੋਸ਼ਿਸ਼ ਕਰੇਗੀ ਔਰ ਜਿਨ੍ਹਾਂ ਨੇ ਅੱਗੇ ਦੁਨੀਆ ਦੇ ਵਿੱਚ ਸੰਘਰਸ਼ ਲੜਨੇ ਨੇ ਉਹ ਇਸ ਮਹਾਨ ਕਿਸਾਨੀ ਸੰਘਰਸ਼ ਤੋਂ ਪ੍ਰੇਰਨਾ ਲੈਣਗੇ, ਉਸ ਤੋਂ ਬੜਾ ਕੁਝ ਸਿੱਖਣਗੇ। ਆਓ ਅੱਜ ਪਹੁੰਚੇ ਹੋਏ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਸੇਖਵਾਂ। ਚੱਠੇ ਸੇਖਵੇ ਦਾ ਸ਼ਹੀਦ ਸੁਖਦੇਵ ਸਿੰਘ ਜਿਹੜਾ ਕਿ ਲਗਾਤਾਰ 6 ਮਹੀਨੇ ਸਿੰਘੂ ਬਾਰਡਰ ਦੇ ਉੱਤੇ ਡਟਿਆ ਰਿਹਾ, ਵਿੱਚੋਂ ਸਿਰਫ ਇੱਕ ਹਫ਼ਤੇ ਦੇ ਲਈ ਜ਼ਰੂਰੀ ਦਵਾਈ ਬੂਟੀ ਲੈਣ ਦੇ ਲਈ ਆਪਣੇ ਘਰੇ ਆਇਆ। ਲਗਾਤਾਰਤਾ ਦੀ 6 ਮਹੀਨੇ ਸੰਘਰਸ਼ ਨੂੰ ਉਸਨੇ ਲੇਖੇ ਲਾਏ, ਪਰ ਜਦੋਂ ਛੁੱਟੀ ਲੈ ਕੇ ਸੰਘਰਸ਼ ਤੋਂ ਆਪਣੇ ਘਰੇ ਵਾਪਸ ਆਇਆ ਤਾਂ 2-3 ਦਿਨ ਤੋਂ ਜ਼ਿਆਦਾ ਕੱਟ ਨਹੀਂ ਸਕਿਆ, ਬਿਮਾਰ ਹੋਇਆ ਅਤੇ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਆਓ ਪਿਆਰੇ ਦਰਸ਼ਕੋ, ਸ਼ਹਾਦਤਾਂ ਸਫਰੇ ਕਿਸਾਨੀ ਸੰਘਰਸ਼ ਦੇ ਵਿੱਚ ਅੱਜ ਸੰਗਰੂਰ ਦੇ ਚੱਠਾ ਸੇਖਵਾਂ ਪਿੰਡ ਦੇ ਸ਼ਹੀਦ ਸੁਖਦੇਵ ਦੇ ਪਰਿਵਾਰ ਨਾਲ ਤੁਹਾਡੀ ਜਾਣ ਪਛਾਣ ਕਰਾਉਂਦੇ ਹਾਂ। ਵੇਖਦੇ ਹਾਂ ਕਿ ਸੰਘਰਸ਼ ਦੇ ਵਿੱਚ ਸ਼ਹੀਦ ਸੁਖਦੇਵ ਨੇ ਆਪਣਾ ਯੋਗਦਾਨ ਕਿਸ ਤਰੀਕੇ ਨਾਲ ਔਰ ਕਿਵੇਂ ਪਾਇਆ। ਆਓ ਇਸ ਸ਼ਹਾਦਤ ਨੂੰ ਸਲਾਮ ਕਰੀਏ, ਜਾਣੀਏ ਸ਼ਹੀਦ ਸੁਖਦੇਵ ਦੀ ਕਹਾਣੀ ਉਸ ਦੇ ਪਿੰਡ ਅਤੇ ਉਸ ਦੇ ਪਰਿਵਾਰ ਦੀ ਜ਼ੁਬਾਨੀ। ਆਓ ਚੱਲਦੇ ਹਾਂ। ਬਾਪੂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਕੀ ਨਾਂ ਜੀ ਤੁਹਾਡਾ? ਕਸ਼ਮੀਰਾ ਸਿੰਘ ਹੈ ਜੀ। ਕਸ਼ਮੀਰਾ ਸਿੰਘ। ਬਾਪੂ ਜੀ ਦਿੱਲੀ ਕਦੋਂ ਗਏ ਸੀ ਫਿਰ ਤੁਸੀਂ ਜਦ ਮੋਰਚਾ ਸ਼ੁਰੂ ਹੋਇਆ? 26 ਨੂੰ ਗਏ ਸੀ ਨਾ, 26 ਨੂੰ ਉੱਪਰ ਜੀ ਅਸੀਂ। 25 ਨੂੰ ਤੁਰ ਗਏ, 26 ਨਵੰਬਰ ਨੂੰ ਪਹੁੰਚ ਗਏ ਉੱਥੇ। ਹਾਂ ਪਹੁੰਚ ਗਏ ਜੀ ਉੱਥੇ ਪਹੁੰਚੇ ਸਾਡੇ ਉੱਤੇ ਤੜਕੀ 6 ਵਜੇ ਜੀ। ਹਾਂਜੀ ਮੇਰਾ 6 ਤੋਂ ਪਹਿਲੇ ਟਾਈਮ ਉੱਥੇ ਸਾਡੇ ਠੰਡਾ ਪਾਣੀ ਪਾਇਆ ਗਿਆ। ਮਤਲਬ ਉੱਥੇ ਪੁਲਿਸ ਨੇ ਤੁਹਾਡੇ ਤੇ ਉਹ ਮਾਰੀਆਂ ਜਿਹੜੀਆਂ ਪਾਣੀ ਦੀਆਂ ਬਾਛੜਾਂ ਪਛਾਣੀਆਂ ਜੀ, ਗੰਦੇ ਪਾਣੀ ਦੀ। ਗੰਦੇ ਪਾਣੀ ਦੀ, ਹਾਂ ਠੰਡੀਆਂ ਜਮੀ। ਪਿਆਰੇ ਦਰਸ਼ਕੋ, ਆ ਬਾਪੂ ਦੀ ਉਮਰ ਦੇਖ ਲਓ, ਉਮਰ ਦੇਖੋ, ਚਿਹਰੇ ਦੀਆਂ ਝੋੜੀਆਂ ਦੇਖ ਲਓ, ਇਸ ਦੀ ਸਫੇਦ ਦਾੜੀ ਦੇਖ ਲਓ। ਠੰਡਾ ਪਾਣੀ, ਨਵੰਬਰ ਦਾ ਮਹੀਨਾ, ਨਵੰਬਰ ਦਾ ਠੰਡਾ ਮਹੀਨਾ, ਠੰਡਾ ਪਾਣੀ, ਉਹ ਵੀ ਗੰਦਾ, ਗੰਦਗੀ ਨਾਲ ਭਰਿਆ ਹੋਇਆ। ਇਹ ਦੇਸ਼ ਦੇ ਨਾਗਰਿਕਾਂ ਨਾਲ ਦੇਸ਼ ਦੀਆਂ ਸਰਕਾਰਾਂ ਦਾ ਕੀਤਾ ਗਿਆ ਸਲੂਕ ਹੈ। ਇਹ ਸ਼ਹਾਦਤਾਂ ਐਵੇਂ ਨਹੀਂ ਹੋਈਆਂ। ਹਾਂ ਬਾਪੂ ਫਿਰ ਕੀ ਹੋਇਆ? ਸੁਖਦੇਵ ਹੋਰੀ ਵੀ ਤੁਹਾਡੇ ਨਾਲ ਸੀਗੇ ਜਿਹਦੀ ਆਪਾਂ ਗੱਲ, ਪਹਿਲਾਂ ਪਿੰਡੋਂ ਤੁਸੀਂ ਇਕੱਠੇ ਤੁਰੇ? ਹੈ ਉਹ ਇਕੱਠੇ ਤੁਰੇ ਜੀ ਅਸੀਂ, ਟਰਾਲੀ ਭਰ ਕੇ। ਹੈ ਨਾਲ ਤੇ ਆਪਣੇ ਸੁਖਦੇਵ ਜੀ। ਅੱਛਾ ਜੀ। ਅਸੀਂ ਸੀਗੇ ਵਿਚਾਲੇ। ਅੱਛਾ, ਇਹ ਮਗਰ ਸੀਗੇ ਅਸੀਂ ਦੂਰੀ ਤੇ, ਸਾਡੇ ਸਾਰੇ ਅਸੀਂ ਇਕੱਠੇ ਤੇ, ਕਈ ਟਰਾਲੀਆਂ ਇਕੱਠੀਆਂ ਆਲੇ ਦੁਆਲੇ ਦੇ ਪਿੰਡਾਂ ਦੀਆਂ। ਅੱਛਾ, ਫਿਰ ਕੀ ਬਣਿਆ ਫਿਰ? ਕਿੱਥੇ ਕਿਹੜੇ ਰਾਹ ਤੋਂ ਗਏ ਤੁਸੀਂ? ਤੁਹਾਨੂੰ ਯਾਦ ਹੋਊ ਮਾੜਾ ਮੋਟਾ, ਆਲੇ ਦੁਆਲੇ ਪੁੱਛਦੇ। ਵਿਚਾਲੇ ਤੋਂ ਗਿਆ ਜੀ ਅਸੀਂ। ਅੱਛਾ ਜੀ। ਰਾਸਤੇ ਉੱਥੋਂ ਗਿਆ ਅਸੀਂ, ਜਾ ਕੇ ਕਿਦੋਂ ਕਹਿੰਦਾ ਗਾਹਾਂ ਜਾ ਕੇ ਟਰੱਕ ਵੀ ਲਾਏ, ਬਰੇਤੀ ਆਏ ਸਾਡੇ ਮੂਹਰੇ। ਪਹਿਲਾਂ ਤਾਂ ਤੁਹਾਨੂੰ ਰੋਕ ਲਿਆ ਸੀਗਾ, ਮੈਨੂੰ ਲੱਗਦਾ ਸ਼ੰਭੂ ਬਾਰਡਰ ਤੇ, ਪਟਿਆਲਾ ਟੱਪ ਕੇ ਅੰਬਾਲੇ ਤੋਂ। ਹਾਂ ਉੱਥੇ ਹੋ ਕੇ ਜੀ, ਉੱਥੇ ਪਾਈਆਂ ਤੜਕੇ 6 ਵਜੇ ਕਿਤੇ ਅਸੀਂ ਹਰਿਆਣੇ 'ਚ ਵੜਿਆ। ਉਦੋਂ ਅਸੀਂ ਚੱਲੇ ਆ ਜੀ। 6 ਵਜੇ ਚੱਲ ਪਏ, ਚਾਹ ਚੂ ਪੀ ਕੇ। ਗਾਹਾਂ ਸਾਡੇ ਦੇ ਨਾਲ ਹੀ ਸੀਗਾ ਬਾਰਡਰ ਤੋਂ ਟੱਪਣ ਲੱਗੇ, ਹਰਿਆਣੇ ਸਾਡੇ ਮਾਰਿਆ ਇਹ ਗੰਦੇ ਪਾਣੀ ਦੇ ਸੱਲਾਂ। ਜਦੋਂ ਗੰਦੇ ਪਾਣੀ ਦੀਆਂ ਸੱਲਾਂ ਮਾਰੀਆਂ ਜੀ, ਉਦੋਂ ਗਾਹਾਂ ਫਿਰ ਟਰੱਕ ਲਾਏ ਗਏ, ਐਡੇ ਕੰਧਾਂ ਜੀ, ਉਹਦੇ ਉੱਤੋਂ ਟ੍ਰੇਨ। ਅੱਛਾ, ਮਤਲਬ ਸੜਕ ਦੇ ਵਿਚਾਲੇ ਕੰਧਾਂ ਬਣਾਤੀਆਂ। ਹਾਂ ਕੰਧਾਂ ਬਣੀਆਂ ਹੋਈਆਂ ਨੇ ਜੀ, ਹਾਂ ਜਿਹੜੀਆਂ ਐਡੀਆਂ। ਉਹਦੇ ਉੱਤੇ ਟਰੇਲੀਆਂ ਟਪਾ ਕੇ ਅਸੀਂ ਕਿਤੇ ਉੱਧਰ ਸਾਡੇ ਜੀ ਸਾਰੇ ਢਿੱਲੇ ਵਾਂਗੂ ਹੋ ਗਏ ਸੀ ਜਦੋਂ ਪਾਣੀ ਦੀਆਂ ਬਾਛੜਾਂ ਵੀ ਮਾਰੀਆਂ, ਔਰ ਜਦੋਂ ਉਹ ਕੰਧਾਂ ਵੀ ਟਪਾਈਆਂ ਟਰਾਲੀਆਂ ਨਾਲ, ਸਰੀਰ ਢਿੱਲੇ ਮੱਠੇ ਹੋਏ। ਉਹ ਤਾਂ ਹੋਣੀ ਨੇ ਜੀ, ਹੋਣੀ ਤੇ। ਇਹ ਸੁਖਦੇਵ ਦਾ ਟਰੈਕਟਰ ਸਾਡੇ ਨਾਲ ਸੀ। ਅੱਛਾ ਟਰੈਕਟਰ ਤੇ ਉਹ ਗੱਡੀਆਂ ਵਾਲੇ ਜਿਹੜੇ ਟਰੱਕ ਵੀ ਲਾਏ ਤੇ ਬਾਈ ਮਿੱਟੀ ਵਾਲੇ ਭਰ ਕੇ ਪੂਰੇ ਬਰੇਤੀ ਲਾਏ ਹੋਏ ਤੇ। ਉਹ ਅਸੀਂ ਧੱਕੇ ਕਿਦੋਂ ਧੱਕੇ ਫਿਰ ਨਾਲ ਪੁਲਿਸ ਵੀ ਆ ਗਈ ਉੱਥੇ ਕਿਦੋਂ ਤੜਕੇ 6 ਵਜੇ ਸਾਡੇ ਨਾਲ ਬਹੁਤ ਬੁਰੀ ਬਣੀ। ਉਹ ਕਿਦੋਂ ਪੁਲਿਸ ਆਏ ਤੇ ਅਸੀਂ ਆਖਿਆ ਵੀ ਤੁਸੀਂ ਹਟ ਜਾਓ ਭਾਈ। ਉਹ ਨੀਵਾਂ ਥਾਂ ਪੱਟਾ ਸੀ, ਮੈਂ ਪੁਲ ਬਣਨਾ ਵਾ ਉੱਥੇ। ਉਹ ਪੱਟਾ ਉਹਦੇ ਵਿੱਚ ਸਾਲਾ ਮਾਰੀ ਜੀ, ਹਾਲ ਤੱਕ ਵੀ ਆਹ ਦੇਖ ਮੇਰੇ ਪੈਰਾਂ ਤੇ। ਅੱਛਾ, ਪੁਲਿਸ ਵਾਲੇ ਕੁੱਟਦੇ ਸੀ, ਉਹਨਾਂ ਤੋਂ ਬਚਣ ਬਾਰੇ ਸਾਲਾ ਮਾਰ ਕੇ ਬਚਾਓ ਕਰਿਆ। ਹਾਂ ਜੀ, ਇੰਨਾ ਡੂੰਘਾ ਪੱਟਾ ਤੇ ਉਹ ਆਪਣਾ ਖੱਡਾ। ਇਹ ਸਵਾਲ ਉਹਨਾਂ ਵਾਸਤੇ ਆ, ਹਾਂ ਜੀ, ਇਹ ਮੈਂ ਕਰਨਾ ਨਹੀਂ ਸੀਗਾ, ਚਲੋ ਕਰ ਦਿੰਦਾ। ਜਿਨ੍ਹਾਂ ਨੇ ਇਹ ਕਿਹਾ ਸੀ ਨਾ, ਬੜਾ ਰੌਲਾ ਪਾਇਆ ਸੀਗਾ ਨੈਸ਼ਨਲ ਟੀਵੀ ਦੀਆਂ ਡਿਬੇਟਸ ਤੇ ਬੈਠ ਕੇ ਕਿ 26 ਜਨਵਰੀ ਦੀ ਜਿਹੜੀ ਘਟਨਾ ਵਾਪਰੀ ਸੀ ਕਿ ਦਿੱਲੀ ਦੇ ਲਾਲ ਕਿਲੇ ਦੀ, ਉਹ 20 ਫੁੱਟ ਦੀ ਤੁਹਾਨੂੰ ਡੂੰਘੀ ਖਾਈ ਯਾਦ ਹੋਊਗੀ
ਕਿ ਉੱਥੇ ਪੁਲਿਸ ਦੇ ਜਵਾਨਾਂ ਨੇ ਨਾ ਛਾਲਾਂ ਮਾਰੀਆਂ ਬਚਾ ਕੇ। ਪੁਲਿਸ ਦੇ ਜਵਾਨ ਸੀ, ਉਹ ਜਵਾਨ ਕਿਹਾ ਜਾਂਦਾ। ਆ ਬਜ਼ੁਰਗ ਸੀਗੇ ਸਾਡੇ, ਪਹਿਲੇ ਦਿਨ ਹੀ ਦਿੱਲੀ ਲੈ ਜਾ ਚੱਲੇ ਆ ਤੇ ਬਜ਼ੁਰਗਾਂ ਨੂੰ ਟੋਇਆਂ ਦੇ ਵਿੱਚ ਛਾਲਾਂ ਮਾਰ ਕੇ ਆਪਣੀ ਜਾਨ ਬਚਾਉਣੀ ਪਈ। ਇਹ ਪੁਲਿਸ ਦਾ ਰਸੂਖ ਸੀ, ਇਹ ਪੁਲਿਸ ਦਾ ਰਵੱਈਆ ਸੀ ਇਹਨਾਂ ਪਰ। ਬਾਪੂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਦਰਸ਼ਨ ਸਿੰਘ ਜੀ। ਦਰਸ਼ਨ ਸਿੰਘ, ਜਿਵੇਂ ਬਾਈ ਇਹਨਾਂ ਨੇ ਦੱਸਿਆ ਤੁਸੀਂ ਵੀ ਪਹਿਲੇ ਦਿਨੋਂ ਨਾਲ ਤੁਰੇ ਤੇ? ਅਸੀਂ 25 ਨੂੰ ਤੁਰੇ ਤੇ ਜੀ, 26 ਨੂੰ ਉੱਥੇ ਪਹੁੰਚ ਗਏ ਤੇ। ਸੌਖੇ ਹੀ ਪਹੁੰਚ ਗਏ ਜੀ? ਸੌਖੇ ਤਾਂ ਪਹਿਲਾਂ ਉਦੋਂ ਤਾਂ ਸੌਖੀ ਹੀ ਤੇ ਪੰਜਾਬ ਚ, ਤਾਂ ਉਦੋਂ ਜ਼ਿਆਦਾ ਜਾ ਕੇ ਤਾਂ ਹਰਿਆਣੇ ਚ ਹੀ ਔਖੇ ਹੋਇਆ। ਕੀ ਔਖੇ ਹੋਏ ਦੱਸੋ ਸਾਰਾ ਕੁਝ, ਕੀ ਕੁਝ ਚੱਲਿਆ? ਸਾਰਾ ਕੁਝ ਹੀ ਚੱਲਿਆ ਜੀ। ਅਥਰੂ ਗੈਸ ਦੇ ਗੋਲੇ ਵੀ ਚੱਲੇ, ਪਾਣੀ ਵੀ ਚੱਲਿਆ, ਤੜਕੇ ਵੇਲੇ ਜਿੰਨੇ ਉਹਨਾਂ ਨੇ ਖਾਲੀਆਂ ਖੂਲੀਆਂ ਪੱਟੀਆਂ, ਡੈਂਪਰ ਵੀ ਲਾਏ, ਮਿੱਟੀ ਦੇ ਭਰੇ ਹੋਏ ਵੀ ਲਾਏ। ਖਾਲੀਆਂ ਕੱਢੀਆਂ ਕਿ ਪੱਟੀਆਂ ਹੋਈਆਂ? ਖਾਲੀਆਂ ਤਾਂ ਬੰਦੇ ਤੋਂ ਡੂੰਘੀਆਂ ਤੀਆਂ, ਜਿੰਨੇ ਉਹਨਾਂ ਨੇ ਖਾਲਾ ਡੂੰਘਾ ਬੰਦੇ ਤੋਂ ਡੂੰਘਾ ਪੱਟਿਆ ਤੀ। ਸਾਨੂੰ ਪਤਾ ਲੱਗ ਗਿਆ ਤੀ ਵੀ ਇਹ ਪਾਣੀ ਛੱਡਣਗੇ, ਕਿਉਂ ਮੈਂ ਤਾਂ ਪਹਿਲਾਂ ਤੋਂ ਸੰਘਰਸ਼ 'ਚ ਜਾਂਦਾ ਰਹਿੰਦਾ ਸੀ। ਮੈਨੂੰ ਤਾਂ ਉਹਨਾਂ ਦੇ ਚਾਲਾਂ ਦਾ ਸਾਰਾ ਪਤਾ ਸੀ। ਮੈਂ ਸਾਈਡ ਤੇ ਹੋ ਕੇ ਮੈਨੂੰ ਪਤਾ ਸੀ ਵੀ ਇਹ ਜਦੋਂ ਲੱਗ ਗਏ ਤੇ ਐ ਟੇਢੀ ਜੀ ਕਰਨ ਮੈਂ ਇਹ ਪਾਣੀ ਛੱਡੂਗਾ। ਮੈਨੂੰ ਪਤਾ ਸੀ। ਮੈਂ 4-5 ਰੋੜੇ ਚੱਕ ਲਏ, ਮੈਂ ਇਹਨੇ ਛੱਡਣੇ ਨੇ, ਪਾਣੀ ਛੱਡਣਗੇ। ਇਸ ਤਾਂ ਜਦੋਂ ਉਹਨਾਂ ਨੇ ਪਾਣੀ ਛੱਡਿਆ, ਨਾਲ ਦੀ ਨਾਲ ਜਾਲਿਆਂ 'ਚ ਰੋੜੇ ਛੱਡਤੇ, ਨਾਲ ਦੀ ਨਾਲ ਉਹਨਾਂ ਨੇ ਪਾਣੀ ਬੰਦ ਕਰਤਾ। ਉਸ ਤੋਂ ਬਾਅਦ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਛੱਡਤੇ। ਉਹ ਜਦੋਂ ਅੱਖਾਂ 'ਚੋਂ ਦਿਸਣੋਂ ਹਟਣ ਵਾਲੀ ਗੱਲ ਹੋ ਗਈ, ਉਹ ਅਸੀਂ ਪੈਰਾਂ ਨਾਲ ਠੇਡੇ ਮਾਰ ਲੱਗੇ। ਤੁਹਾਡੇ ਸਰਟੀਫਿਕੇਟ ਵੀ ਲੱਗੀ ਹੋਈ ਹੈ? ਉਦੋਂ ਦੀ ਨਹੁੰ ਨਹੀਂ ਆ ਰਿਹਾ, ਤਿੰਨ ਆ ਪੈਰਾਂ ਦੇ, ਆ ਤਿੰਨ ਇੱਧਰਲੇ ਨਹੀਂ ਆਏ, ਦੋ ਆ ਨਹੀਂ ਆ। ਪਿਆਰੇ ਦਰਸ਼ਕੋ, ਆ ਦੇਖ ਲਓ ਇਹ ਹਾਲਾਤ ਕੀਤੇ ਨੇ। ਆ ਬਜ਼ੁਰਗ ਦੇਖ ਲਓ, ਇਹਨਾਂ ਦੀਆਂ ਉਮਰਾਂ ਦੇਖ ਲਓ। ਉਦੋਂ ਜਦੋਂ 25-26 ਨਵੰਬਰ ਨੂੰ ਇੱਥੋਂ ਦਿੱਲੀ ਕੂਚ ਨੂੰ ਹੋਏ ਨੇ, ਇਹ ਤਾਂ ਇੱਕ ਛੋਟੀ ਜਿਹੀ ਉਦਾਹਰਨ ਦਿਖਾ ਰਹੇ ਆ ਤੁਹਾਨੂੰ। ਹੋਰ ਬੜਾ ਕੁਝ ਸਾਹਮਣੇ ਆਉਣਾ, ਜਿਨ੍ਹਾਂ ਦੇ ਸਿਰ ਪਟੇ, ਅੱਖਾਂ ਦੀਆਂ ਰੌਸ਼ਨੀਆਂ ਤੱਕ ਚਲੀਆਂ ਗਈਆਂ, ਜਿਨ੍ਹਾਂ ਦੀਆਂ ਬਾਹਾਂ ਲੱਤਾਂ ਉੱਡ ਗਈਆਂ ਉਸ ਸਾਰੇ ਸੰਘਰਸ਼ ਦੇ ਦਰਮਿਆਨ। ਬੜਾ ਕੁਝ ਹੈ, ਬੜੀਆਂ ਡਾਕੂਮੈਂਟੇਸ਼ਨਸ ਆਪਣੇ ਕੋਲ ਪਈਆਂ ਨੇ। ਆਹ ਦੇਖ ਲਓ, ਹੁਣ ਤੱਕ ਮੁੜ ਕੇ ਨਹੁੰ ਨਹੀਂ ਆਏ ਤੇ ਪੈਰਾਂ ਦਾ ਹਾਲ ਕੀ ਹੋ ਗਿਆ। ਉਹ ਜਿਹੜੇ ਟੀਅਰ ਗੈਸ ਸ਼ੈਲਿੰਗ ਹੋਈ ਸੀ, ਉਹ ਗੋਲੇ ਜਦੋਂ ਪੈਰ ਦੇ ਉੱਤੇ ਪੈਂਦੇ ਨੇ। ਫਿਰ ਬਾਪੂ ਗਾਹਾਂ ਕੀ ਹੋਇਆ ਜੀ? ਦਿੱਲੀ ਅੱਪੜ ਜਾਂਦੇ ਹੋ। ਦਿੱਲੀ ਅੱਪੜ ਕੇ ਤੁਹਾਡਾ ਜਿਹੜਾ ਸਾਥੀ ਤੁਹਾਡੇ ਪਿੰਡ ਦਾ, ਤੁਹਾਡੇ ਨਾਲ ਤੁਰਿਆ ਹੋਇਆ ਬੰਦਾ ਹੁਣ ਇੱਥੇ ਧਰਤੀ ਤੇ ਆਪਣੇ ਕੋਲੇ ਨਹੀਂ ਹੈ, ਸੁਖਦੇਵ ਹੋਰੀ, ਉਹਨਾਂ ਨਾਲ ਵੀ ਇਹੀ ਸਾਰਾ ਕੁਝ ਚੱਲਿਆ? ਉਹਨੇ ਵੀ ਸਾਰਾ ਕੁਝ, ਸੁਖਦੇਵ ਨੇ ਵੀ ਇਹੀ ਕੁਝ ਚੱਲਿਆ ਸਾਡੇ ਨਾਲ। ਪਹਿਲਾਂ ਤਾਂ ਅਸੀਂ ਜਿੰਨੇ ਚਿਰ ਜਾਂਦੇ ਰਹੇ ਅਸੀਂ ਆਪਦਾ 2-3 ਦਿਨ ਤਾਂ ਅਸੀਂ ਪਹਿਲਾਂ ਤਾਂ ਤੰਗੀ ਹੋਏ ਉੱਥੇ, ਕੋਈ ਉੱਥੇ ਡਾਕਟਰ ਤੀ ਨਾ, ਡਾਕਟਰ ਤੀ ਨਾ ਜਾਣ ਪਛਾਣ ਤੀ, ਨਾ ਕੋਈ ਪਤਾ ਉੱਥੇ ਦਾ ਕੁਝ ਵੀ ਨਹੀਂ ਤੀ। ਵਿਚਾਰੇ ਹਰਿਆਣੇ ਵਾਲੇ ਤੇ ਜਿਨ੍ਹਾਂ ਕਿ ਸਾਡੇ ਲਈ ਲੰਗਰ ਪਾਣੀ ਤੀ, ਉਹ ਸਾਡੇ ਲਈ ਛਕ ਦੇ ਛਕਾਉਂਦੇ ਰਹੇ। ਉਸ ਤੋਂ ਬਾਅਦ ਉਹਨਾਂ ਨੇ ਲੰਗਰ ਦਾ ਪ੍ਰਬੰਧ ਕਰ ਲਿਆ। ਉਸ ਤੋਂ ਬਾਅਦ ਅਸੀਂ ਆਪਦਾ ਆਟਾ ਕੋਟਾ ਉਹਨਾਂ ਨੂੰ ਦੇਤਾ। ਉਹ ਕਹਿੰਦੇ ਵੀ ਰੋਟੀ ਤੁਸੀਂ ਬਣਾਉਣੀ ਨਹੀਂ। ਸੁਖਦੇਵ ਮੇਰੇ ਨਾਲ ਜਾਂਦਾ ਰਿਹਾ ਉੱਥੇ ਸਟੇਜ ਤੇ ਜੀ, ਲਗਾਤਾਰ ਸਟੇਜ ਤੇ ਜਾਂਦਾ ਰਿਹਾ। ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਪਤਾ ਲੱਗੀ ਗਿਆ ਵੀ ਲੰਬਾ ਸਮਾਂ ਪੈਂਦਾ ਜਾਂਦਾ ਵੀ ਇਹ ਤਾਂ ਟਾਈਮ ਲੱਗੂਗਾ ਟਾਈਮ, ਫਿਰ ਅਸੀਂ ਲੱਗੇ ਹਰਿਆਣੇ ਵਾਲਿਆਂ ਨਾਲ ਲੰਗਰ ਪਾਣੀ ਚ ਰਿਆਉਣਾ। ਮੈਨੂੰ ਇੱਕ ਸਵਾਲ ਦਾ ਜਵਾਬ ਦਿਓ, ਉਹਦੀ ਮੌਤ ਦੇ ਦੋਸ਼ੀ ਕੌਣ ਨੇ? ਉਹਦੀ ਮੌਤ ਦੇ ਕਾਰਨ ਕੀ ਬਣੇ? ਕਾਰਨ ਮੌਤ ਦੇ ਦੋਸ਼ੀ ਤਾਂ ਹੁਣ ਸਰਕਾਰ ਹੈ ਜੀ। ਕਿਵੇਂ? ਉਹ ਸਰਕਾਰ ਦੇ, ਜੇ ਉੱਥੇ ਰਿਹਾ ਬਿਮਾਰ ਹੋਇਆ ਤਾਂ ਗਵਰਨਮੈਂਟ ਜ਼ਿੰਮੇਵਾਰ ਹੈ ਉਹਦੀ। ਆਪਦੇ ਘਰੇ ਹੁੰਦੇ ਮੌਜ ਨਾਲ, ਕਾਹਨੂੰ ਇੰਨੀਆਂ ਤਕਲੀਫਾਂ ਚੱਲਦੇ, ਆਪਦੇ ਡਾਕਟਰ ਚੰਗੇ ਮਿਲਦੇ ਉਰੇ। ਸਾਨੂੰ ਉੱਥੇ ਚੰਗੇ ਡਾਕਟਰਾਂ ਦੀ ਸੁਵਿਧਾ ਹੀ ਨਹੀਂ ਤੀ, ਨਾ ਕੋਈ ਉੱਥੇ ਹਸਪਤਾਲਾਂ ਦੀ ਸੁਵਿਧਾ, ਨਾ ਕਾਨੂੰਨ ਆਉਂਦੇ, ਨਾ ਤੁਸੀਂ ਘਰੋਂ ਜਾਂਦੇ। ਅਸੀਂ ਤਾਂ ਕਦਮ ਵੀ ਨਹੀਂ ਪੱਟਦੇ ਤੇ ਇਹਦੀ ਸਾਨੂੰ ਲੋੜ ਵੀ ਨਹੀਂ ਤੀ। ਸਾਨੂੰ ਕੋਈ ਮਤਲਬ ਸਿੱਧੇ ਤੌਰ ਦੇ ਉੱਤੇ ਸਰਕਾਰਾਂ ਜ਼ਿੰਮੇਵਾਰ ਨੇ, ਕਿਉਂਕਿ ਉਹ ਕਾਨੂੰਨ ਲੈ ਕੇ ਆਏ, ਇਹਨਾਂ ਨੂੰ ਕਾਨੂੰਨ ਮਨਜ਼ੂਰ ਨਹੀਂ ਸੀਗੇ। ਉਦਾਂ ਹੀ ਵਾਪਸ ਲੈ ਲੈਂਦੇ ਤਾਂ ਸ਼ਾਇਦ ਚੰਗੇ ਰਹਿੰਦੇ। 700 ਤੋਂ ਵੱਧ ਸ਼ਹਾਦਤਾਂ ਹੋਈਆਂ, 700 ਤੋਂ ਵੱਧ ਸ਼ਹੀਦੀਆਂ ਹੋਈਆਂ। ਔਰ ਉਸੇ ਸ਼ਹੀਦੀ ਦੇ ਵਿੱਚ ਚੱਠੇ ਸੇਖਵੇਂ ਪਿੰਡ ਦਾ, ਇਹਨਾਂ ਦਾ ਆਪਣਾ ਦੋਸਤ, ਇਹਨਾਂ ਦਾ ਆਪਣਾ ਸਾਥੀ, ਜਿਹੜਾ ਇਹਨਾਂ ਦੇ ਨਾਲ ਸੰਘਰਸ਼ ਦੇ ਵਿੱਚ ਲਗਾਤਾਰ 6 ਮਹੀਨੇ ਰਿਹਾ, ਸ਼ਹੀਦ ਹੋ ਗਿਆ। ਸ਼ਹੀਦਾਂ ਦੀ ਇਹ ਗਾਥਾ ਇਸੇ ਤਰੀਕੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਵਕਤ ਇੱਕ ਛੋਟੇ ਬ੍ਰੇਕ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਸ਼ਹਾਦਤਾਂ ਦੇ ਇਸ ਸਫ਼ਰ ਦੇ ਰੂਬਰੂ ਹੁੰਦੇ ਰਹਾਂਗੇ ਤੇ ਕਰਵਾਉਂਦੇ ਵੀ ਰਹਾਂਗੇ। ਸ਼ਹਾਦਤਾਂ ਦੇ ਸਫ਼ਰ ਦੇ ਵਿੱਚ ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ। ਸ਼ਹੀਦ ਸੁਖਦੇਵ ਹੋਰਾਂ ਦੇ ਸੱਜਣ ਸਾਥੀ ਸਾਡੇ ਨਾਲ ਨੇ, ਪਿੰਡ ਦੇ ਹੀ ਨੇ। ਬਾਈ ਸਤਿ ਸ੍ਰੀ ਅਕਾਲ। ਕੀ ਨਾਮ ਬਾਈ ਜੀ? ਗੁਰਦੀਪ ਸਿੰਘ। ਬਾਈ ਗੁਰਦੀਪ, ਤੁਸੀਂ ਕਿੰਨਾ ਟਾਈਮ ਲਾ ਕੇ ਆਏ ਹੋ ਬਾਰਡਰ ਤੇ? ਅਸੀਂ ਵੀ ਲਗਭਗ ਨਾਲ ਹੀ ਰਹੇ ਹਾਂ ਜੀ, 5-6 ਮਹੀਨੇ ਵਾਂਗੂ ਲਗਭਗ। ਬਾਈ ਇੱਥੋਂ ਉੱਥੇ ਪਹੁੰਚਣ ਵਾਲਾ ਤਾਂ ਆਪਣੇ ਬਜ਼ੁਰਗਾਂ ਨੇ ਦੱਸਿਆ ਵੀ ਯਾਰ ਬਹੁਤ ਔਖੇ ਹੋ ਕੇ ਪਹੁੰਚੇ। ਉੱਥੇ ਪਹੁੰਚ ਕੇ ਤੁਸੀਂ, ਤੁਹਾਡੇ ਪਿੰਡ ਦਿਆਂ ਨੇ ਜਾਂ ਸੁਖਦੇਵ ਵਰਗਿਆਂ ਨੇ, ਆਪਾਂ ਸੁਖਦੇਵ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਵਾਹਿਗੁਰੂ ਦਾ ਸ਼ੁਕਰ ਹੈ ਕਿ ਆਪਾਂ ਇਸ ਧਰਤੀ ਤੇ ਆਪਣੇ ਪਰਿਵਾਰ ਦੇ ਵਿੱਚ ਹਾਂ।
ਪਰ ਸੁਖਦੇਵ ਹੁਣ ਨਾ ਆਪਣੇ ਪਰਿਵਾਰ 'ਚ ਹੈ ਤੇ ਨਾ ਇਸ ਧਰਤੀ ਤੇ ਆ। ਹੁਣ ਕੀ ਕੁਛ ਸਿੱਖਿਆ ਬਾਈ, ਕਿਹਾ ਜਾ ਟਾਈਮ ਸੀ ਉੱਥੇ ਜਿਹੜਾ ਤੁਸੀਂ ਸਾਰੇ ਲੰਘਾਉਂਦੇ ਹੋਵੋਗੇ? ਬਾਈ ਜ਼ਿੰਦਗੀ 'ਚ ਇਹ ਕੁਝ ਪਹਿਲੀ ਵਾਰ ਦੇਖਿਆ ਸੀਗਾ। ਹੂੰ ਇੱਕ ਤਾਂ ਐਡਾ ਇਕੱਠ ਜੀ ਬਾਈ। ਤੇ ਦੂਜੇ ਦੀ ਏਕਤਾ। ਹੂੰ ਸਟਾਰਟਿੰਗ 'ਚ ਪ੍ਰੋਬਲਮ ਆਈਆਂ ਨੇਗੀਆਂ ਕਿਉਂਕਿ ਰਹਿਣ ਸਹਿਣ ਦਾ ਕੋਈ ਐਡਾ ਇੰਤਜ਼ਾਮ ਨਹੀਂ ਹਾਂਜੀ ਸੀ। ਬਾਈ। ਹਾਂ। ਖਾਣ ਪੀਣ ਦਾ ਨਹੀਂ ਸੀਗਾ। ਹੂੰ ਸਟਾਰਟਿੰਗ 'ਚ ਕੁਝ ਜੇ ਖਾਂਦੇ ਸੀ ਢਾਬੇ ਤੇ ਤਾਂ ਮਹਿੰਗਾ ਹੀ ਬਹੁਤ ਲਾਉਂਦੇ ਸੀਗੇ, ਹੂੰ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇੱਥੇ ਇਹਨਾਂ ਕੋਲ ਹੈ ਨਹੀਂ ਕੁਝ। ਹੂੰ ਚਲੋ ਹੌਲੀ ਹੌਲੀ ਕਰਦੇ ਲੰਗਰ ਲੱਗ ਗਏ ਹਾਂ ਬਾਈ। ਤੇ ਲੋਕ ਸੇਵਾ ਵੀ ਕਰਿਆ ਕਰਨ। ਇੰਨੀਆਂ ਇਹ ਚੀਜ਼ਾਂ ਦੇਖੀਆਂ ਨੇ ਜੀ, ਜਿਵੇਂ ਮੈਂ ਰੋਟੀ ਖਾ ਰਿਹਾ ਨਾਲ ਦੇ ਕੋਲ ਪਾਣੀ ਨਹੀਂ ਹੈਗਾ, ਉਹਨੇ ਮੰਗ ਲਿਆ ਆਪਦਾ ਪਾਣੀ ਵੀ ਨਹੀਂ ਦਿੰਦੇ ਸੀ। ਹੂੰ ਇਹ ਉੱਥੇ ਸਾਂਝ ਬਣੀ, ਉੱਥੇ ਬਣੀ ਜਾ ਕੇ ਜੀ। ਇਹ ਪਿਆਰ ਉੱਥੇ ਬਣਿਆ। ਤੇ ਹਰਿਆਣੇ ਦੇ ਸੀ ਨਾਲ ਸਾਡੇ। ਹੂੰ ਸਟਾਰਟਿੰਗ 'ਚ ਉਹਨਾਂ ਕੋਲ ਹੈ ਨਹੀਂ ਸੀਗਾ ਤੇ ਅਸੀਂ ਚਾਹ ਬਣਾਇਆ ਕਰ ਸਵੇਰ ਉਹਨਾਂ ਨੂੰ ਪਿਆ ਦਿਆ ਕਰੀਏ। ਫਿਰ ਉਹਨਾਂ ਨੇ 5 ਦਿਨਾਂ ਬਾਅਦ ਲੰਗਰ ਲਾ ਲਿਆ ਆਪਣਾ। ਹੂੰ ਫਿਰ ਉੱਥੇ ਸੁਖਦੇਵ ਹੋਰੀ ਸਾਰੇ ਸਾਡੇ ਪਿੰਡ ਦੇ ਇੱਥੇ ਸੇਵਾ ਕਰਾਉਣੀ। ਬਈ ਸੁਖਦੇਵ ਦਾ ਉੱਥੇ ਉਹਨੇ ਕੀ ਸਿੱਖਿਆ? ਮਤਲਬ ਹਾਲਾਂਕਿ ਉਮਰ ਵਾਲਾ ਬੰਦਾ ਸੀ, ਉਹਦੇ ਕੋਲੇ ਆਪਣੀ ਉਮਰ ਦਾ ਤਜਰਬਾ ਸੀ, ਪਰ ਜਿਵੇਂ ਤੁਸੀਂ ਆਹ ਦੱਸ ਰਹੇ ਹੋ ਕਿ ਪਹਿਲੀ ਵਾਰ ਐਡਾ ਇਕੱਠ, ਪਹਿਲੀ ਵਾਰ ਐਡੀ ਏਕਤਾ, ਪਹਿਲੀ ਵਾਰ ਇਹੋ ਜਿਹੀ ਭਾਈਚਾਰਕ ਸਾਂਝ, ਸਾਰਾ ਕੁਝ ਹੈ ਨਾ। ਤੁਸੀਂ ਪਿੰਡ ਦੇ ਸੀ ਇਕੱਠੇ, ਜਦੋਂ ਆਥਣੇ ਆਪਾਂ ਪੈਨੇ ਹੁੰਨੇ, ਆਪਾਂ ਇੱਕ ਦੂਜੇ ਨਾਲ ਗੱਲ ਕਰਦੇ ਹੀ ਹੁੰਨੇ ਆ। ਤੁਹਾਨੂੰ ਕੀ ਲੱਗਿਆ ਕਿ ਉਹ ਬੰਦੇ 'ਚ ਕੀ ਨਵਾਂ ਸਿੱਖਣ ਨੂੰ ਮਿਲਿਆ ਜਾਂ ਕੀ ਨਵਾਂ ਬਦਲਾਅ ਦੇਖਿਆ ਪਿੰਡ ਨਾਲੋਂ ਉੱਥੇ ਜਾ ਕੇ? ਉੱਥੇ ਬਦਲਾਅ ਇਹ ਦੇਖਿਆ ਜੀ, ਉਰੇ ਤਾਂ ਚਲੋ ਉਹਦੇ ਘਰੇ ਸੀ, ਕੰਮ ਕੋਈ ਹੈ ਨਹੀਂ ਸੀ, ਏਡਾ ਬਜ਼ੁਰਗ ਸੀਗੇ। ਹਾਂਜੀ ਬਾਈ। ਉੱਥੇ ਕੰਮ ਵੀ ਕਰਦੇ ਰਹੇ ਉਹ। ਹੂੰ ਤੇ ਹਰਿਆਣੇ ਦੇ ਲੋਕਾਂ ਨੂੰ ਇੰਨਾ ਭਾਈਚਾਰਾ ਬਣ ਗਿਆ ਉਹਨਾਂ ਦਾ। ਹਰ ਵਾਰ ਉਹਨਾਂ ਦੇ ਵਿੱਚ ਰਹਿਣਾ। ਅੱਛਾ। ਉਹਨਾਂ 'ਚ ਉੱਥੇ ਸੇਵਾ ਕਿੱਥੇ ਉਹਨਾਂ ਦੀ ਬੋਲੀ ਬੋਲਣੀ ਨਹੀਂ ਆਉਂਦੀ, ਕਿੱਥੇ ਉਹਨਾਂ ਦੇ ਵਿੱਚ ਰਹਿਣਾ, ਹਰ ਵਾਰ ਉਹਨਾਂ ਨਾਲ ਉੱਥੇ ਸੇਵਾ ਕਰਾਈ ਜਾਣੀ ਤੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ। ਦੋਸ਼ੀ ਕਿਹਨੂੰ ਮੰਨਦੇ ਹੋ? ਇਹ ਜੀਆਂ ਜਿਹੜੀਆਂ 700 ਤੋਂ ਵੱਧ ਜਿਹੜੀਆਂ ਮੌਤਾਂ ਹੋ ਗਈਆਂ, ਇਹਨਾਂ ਦਾ ਦੋਸ਼ੀ ਕੌਣ ਹੈ? ਕੀ ਕੁਦਰਤ ਨੂੰ ਦੋਸ਼ ਦੇ ਦਈਏ, ਕੀ ਬਿਮਾਰੀ ਨੂੰ ਦੋਸ਼ ਦੇ ਦਈਏ? ਇਹ ਤਾਂ ਬਾਈ ਹੁਣ ਇਸ ਟਾਈਮ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਇਹ 3 ਕਾਲੇ ਕਾਨੂੰਨ ਸੀਗੇ ਤਾਂ ਇੱਥੋਂ ਤੁਰੇ ਅਸੀਂ। ਨਹੀਂ ਸਾਨੂੰ ਕੋਈ ਐਡੀ, ਕਿਸੇ ਨੂੰ ਐਡਾ ਕੋਈ ਪਾਗਲ ਨਹੀਂ ਹੁੰਦਾ ਜੀ। ਇੰਨੀਆਂ ਟਰਾਲੀਆਂ ਭਰ ਕੇ ਤੇਲ ਫੂਕ ਕੇ ਐਡੀ ਦੂਰ ਜਾ ਕੇ ਬੈਠੇ ਉੱਥੇ ਰਹਿਣਾ ਸਹਿਣਾ। ਉੱਥੇ ਤੁਹਾਨੂੰ ਪਤਾ ਹੈ ਸਾਡੇ 'ਚ ਕਿੰਨਾ ਔਖਾ ਸੀਗਾ। ਜੇ ਕਾਨੂੰਨ ਲੈ ਕੇ ਆਏ ਤਾਂ ਅਸੀਂ ਇੱਥੋਂ ਚੱਲੇ, ਤਾਂ ਉੱਥੇ ਐਡਾ ਸਾਨੂੰ ਸੰਘਰਸ਼ ਕਰਨਾ ਪਿਆ, ਤਾਂ ਇੰਨੀਆਂ ਜਾਨਾਂ ਗਈਆਂ। ਬਾਈ ਸਤਿ ਸ੍ਰੀ ਅਕਾਲ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਚਮਕਦੀਪ ਸਿੰਘ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਚਮਕਦੀਪ, ਸ਼ਹੀਦ ਸੁਖਦੇਵ ਵਰਗਿਆਂ ਦਾ ਨਾਂ ਸ਼ਹੀਦ ਨਾ ਹੁੰਦਾ ਜਾਂ ਇਸ ਧਰਤੀ ਤੇ ਹੁੰਦੇ, ਗਲਤੀ ਕਿਹਦੀ ਹੋਈ? ਗਲਤੀ ਕਿਉਂ ਹੋਈ? ਕੀ ਤੋਂ ਹੋਈ? ਗਲਤੀ ਤਾਂ ਦੇਖੋ ਜੀ, ਮੇਨ ਗਲਤੀ ਤਾਂ ਸਰਕਾਰ ਦੀ ਹੈ। ਜਿਹੜੀ ਸਰਕਾਰਾਂ ਨੇ ਇਹੋ ਜਿਹੇ ਕਾਨੂੰਨ ਕਾਲੇ ਲਿਆਂਦੇ ਨੇ ਤਾਂ ਲੋਕਾਂ ਨੇ ਆਪਣਾ ਗੁੱਸਾ ਤਾਂ ਜਾਇਜ਼ ਹੈ ਉਹਨਾਂ ਦਾ, ਹੈ ਨਾ। ਆਪਾਂ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ। ਆਪਣੇ ਘਰ ਦੀ ਉਹਤੇ ਲੱਗੇ ਆਪਣੇ, ਹੈ ਨਾ, ਘਰ ਹੀ ਵਿਕਣ ਤੇ ਲੱਗ ਗਏ ਆਪਣੇ। ਜ਼ਮੀਨੀ ਆਪਣੀ ਆਪਾਂ ਨੂੰ ਘਰੋਂ ਕੱਢਣ ਵਾਲੀ ਗੱਲ ਹੋ ਗਈ। ਲੋਕ ਉੱਠੇ, ਲੋਕਾਂ ਨੇ ਸੰਘਰਸ਼ ਲੜਿਆ, 700 ਤੋਂ ਵੱਧ ਜਾਨਾਂ ਗਈਆਂ। ਜਾਨਾਂ ਦੇ ਜ਼ਿੰਮੇਵਾਰ ਤਾਂ ਇਹ ਮੋਦੀ ਸਰਕਾਰ ਆ ਜੀ। ਪਰ ਮੰਨਣ ਨੂੰ ਬਾਈ ਚਮਕਦੀਪ ਹੁਣ ਤੱਕ ਵੀ ਤਿਆਰ ਨਹੀਂ ਲੱਗਦੇ ਹੈਗੇ ਉਹ। ਕੀ ਕਹੋਗੇ? ਮੰਨਣਾ ਤਾਂ ਜੀ ਉਹ ਤਾਂ ਇੱਕ ਅੜੀ ਵਾਲਾ ਮੰਨੇ, ਤੇ ਫਿਰ ਜੇ ਨਹੀਂ ਮੰਨਦੇ ਤਾਂ ਫਿਰ ਉਹ ਕਾਨੂੰਨ ਵਾਪਸ ਕਿਉਂ ਲਏ? ਉਹ ਵੀ ਗੱਲ ਨਾ ਮੰਨਦੇ। ਉੱਥੇ ਇਸ ਗੱਲ ਤੇ ਤਾਂ ਮੰਨੇ ਨੇ ਨਾ। ਠੀਕ ਹੈ ਨਾ। ਇਹ ਤਾਂ ਇੱਕ ਮਸਲਾ ਹੈ। ਹਾਂਜੀ। ਕਿ ਉਹ ਅਣਮੰਨੇ ਜੇ ਮਨ ਨਾਲ ਮੰਨਿਆ ਤਾਂ ਕੀ ਮੰਨਿਆ, ਪਰ ਉਸ ਦਿਨ ਵੀ ਉਹ ਕਹਿ ਗਏ ਕਿ ਅਸੀਂ ਤਾਂ ਚੰਗੇ ਬਣਾਏ ਸੀਗੇ, ਕੁਛ ਨੂੰ ਪਸੰਦ ਨਹੀਂ ਆਇਆ। ਉਹ ਕੁਛ ਤੁਹਾਡੇ ਬਾਰੇ ਕਿਹਾ ਗਿਆ ਸੀਗਾ, ਪੰਜਾਬੀਆਂ ਬਾਰੇ ਕਿਹਾ ਗਿਆ ਸੀ। ਨਹੀਂ ਉਸ ਪਸੰਦ ਨਾ ਆਏ ਤੇ ਫਿਰ ਇਹ ਵਾਪਸ ਨਹੀਂ ਲੈਂਦੇ ਤੇ ਨਾ। ਜੇ ਕੁਛ ਹੁੰਦੇ 20% ਵੀ ਹੁੰਦੇ, ਉਹਨਾਂ ਲਈ ਵਾਪਸ ਨਾ ਲੈਂਦੇ। ਇਹ ਵੇਵ ਵੱਧਦੀ ਕਿੱਥੇ ਗਈ? ਦੇਖੋ ਜੀ ਕਿੰਨੀਆਂ ਸਟੇਟਾਂ 'ਚ ਗਈ। ਬਾਈ ਇਲੈਕਸ਼ਨ ਹੋਈ, ਕਿੰਨੀਆਂ ਸੀਟਾਂ ਹਰੀਆਂ, ਨਾਲ ਹਿਮਾਚਲ ਹਰਿਆ, ਵੈਸਟ ਬੰਗਾਲ ਹਾਰੇ, ਬਾਕੀ ਹੋਰ ਮਣੀਪੁਰ ਸਾਈਡ ਵਗੈਰਾ ਵੀ ਕਾਫੀ ਪੂਰਾ ਵਧੀਆ ਡੈਂਟ ਪਿਆ ਸਰਕਾਰ ਤੇ। ਪੂਰਾ ਲਾਸ ਹੋਇਆ ਇਹਨਾਂ ਨੂੰ, ਤਾਂ ਇਹ ਇਹਨਾਂ ਨੇ ਵਾਪਸ ਲਏ ਨੇ ਵੀ ਗੇਮ ਹੱਥੋਂ ਨਿਕਲਦੀ ਜਾਂਦੀ। ਜਦੋਂ ਇਸ ਸੰਘਰਸ਼ ਦੀ ਗੱਲ ਕਰ ਰਹੇ ਹਾਂ, ਜਦੋਂ ਸ਼ਹਾਦਤਾਂ ਦੇ ਸਫ਼ਰਨਾਮੇ ਦੀ ਗੱਲ ਕਰ ਰਹੇ ਹਾਂ, ਜੁੜਦੇ ਕਿਵੇਂ ਨੇ? ਕਿਉਂਕਿ ਇਹ ਕੋਈ ਇੱਕੋ ਦਿਨ 'ਚ ਵਾਪਰੀ ਅਲੋਕਾਰੀ ਚੇਤਨਤਾ ਨਹੀਂ ਸੀ। ਇਹ ਚੇਤਨਤਾ ਨੂੰ ਲੋਕਾਂ ਦੇ ਵਿੱਚ ਲਿਆਉਣ ਵਾਸਤੇ ਕਾਫੀ ਲੰਮਾ ਸਮਾਂ ਲੱਗਿਆ। ਸਾਡੇ ਨਾਲ ਉੱਭਾਵਾਲ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਜੀ ਨੇ, ਔਰ ਸਬੱਬ ਦੀ ਗੱਲ ਕਿ ਜਿਸ ਦੀ ਬਾਤ ਪਾ ਰਹੇ ਹਾਂ ਉਹਨਾਂ ਦਾ ਨਾਂ ਸ਼ਹੀਦ ਸੁਖਦੇਵ ਸਿੰਘ, ਤੇ ਸਾਡੇ ਜਿਹੜੇ ਚੇਤਨਤਾ ਪੈਦਾ ਕਰਨ ਵਾਲੇ ਬਾਈ ਜੀ ਨੇ ਉਹਨਾਂ ਦਾ ਨਾਂ ਵੀ ਸੁਖਦੇਵ ਸਿੰਘ ਹੈ। ਬਾਈ ਜੀ, ਜਦੋਂ ਤੁਸੀਂ ਚੱਠੇ ਸੇਖਵਾਂ ਦੇ ਵਿੱਚ ਇਕਾਈ ਦਾ ਗਠਨ ਕਰ ਰਹੇ ਹੋਵੋਗੇ, ਤੁਹਾਡਾ ਵਾਹ ਬਾਈ ਸੁਖਦੇਵ ਹੋਰਾਂ ਨਾਲ ਵੀ ਪਿਆ ਹੋਊਗਾ। ਕਿਵੇਂ ਸ਼ੁਰੂਆਤ ਕਰਾਈ ਇਹਨਾਂ ਨੂੰ ਜਾਗਰੂਕ ਕਰਨ ਦੀ, ਚੇਤਨ ਕਰਨ ਦੀ? ਖੇਤੀ ਕਾਨੂੰਨਾਂ ਤੋਂ ਲੈ ਕੇ ਸਿੱਧੇ ਸਾਦੇ ਰੂਪ ਦੇ ਵਿੱਚ ਵੀ ਭਾਈ ਇਹ ਤਾਂ ਸਾਡੀ ਜ਼ਮੀਨ ਦੀ ਲੜਾਈ ਹੈ, ਚੁੱਲ੍ਹੇ ਦੀ ਲੜਾਈ ਹੈ। ਇਹ ਜੀ ਆਪਣੇ
ਜਦੋਂ ਇਹਨਾਂ ਨੇ ਕਾਨੂੰਨ ਬਣਾਏ, ਜੀ ਜਥੇਬੰਦੀਆਂ ਨੇ ਪਹਿਲਾਂ ਤਾਂ ਵੱਖਰੀਆਂ ਵੱਖਰੀਆਂ ਜਥੇਬੰਦੀਆਂ, ਕੱਲੀ ਕੱਲੀ ਜਥੇਬੰਦੀ ਹੁੰਦੀ ਸੀ। ਉਸ ਤੋਂ ਬਾਅਦ ਇਹਨੇ ਆਖਿਆ ਵੀ ਇਹ ਮਸਲਾ ਵੱਡਾ ਹੈ ਜੀ। ਫਿਰ ਆਪਣੀਆਂ ਇਹ ਜਥੇਬੰਦੀਆਂ ਇੱਕ ਹੋਈਆਂ 32 ਦੀਆਂ 32 ਜੀ। ਇਕੱਠੀਆਂ ਹੋ ਕੇ ਫਿਰ ਇਹਨਾਂ ਨੇ ਆਪਣੇ ਧਰਨੇ ਲਾਏ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਰਿਲਾਇੰਸ ਦੇ ਪੰਪਾਂ ਤੇ। ਜੀ। ਇਹ ਜਿਹੜੇ ਰਿਲਾਇੰਸ ਦੇ ਪੰਪ ਨੇ ਇਹ ਜੀ ਵੱਡੇ ਪੂੰਜੀਪਤੀਆਂ ਦੇ ਲਾਏ ਹੋਏ ਤੇ, ਬਿਲਕੁਲ। ਵੀ ਇਹ ਆਪਾਂ ਇਹਨਾਂ ਨੂੰ ਜੇ ਬੰਦ ਕਰਾਂਗੇ ਇਹਨਾਂ ਨੂੰ ਤਕਲੀਫ ਆਊ ਤਾਂ ਇਹ ਆਪਣੇ ਕਾਨੂੰਨਾਂ ਨੂੰ ਰੱਦ ਕਰਨਗੇ। ਮਤਲਬ ਥੋੜੀ ਜਿਹੀ ਰਗ ਦੱਬੀ ਏ। ਰਗ ਦੱਬੇ ਗੱਲ ਤੇ ਗੂਠਾ ਦੀ। ਇੱਥੋਂ ਜਦੋਂ ਆਪਣੇ ਜਥੇਬੰਦੀਆਂ ਨੇ ਟੋਲ ਪਲਾਜ਼ੇ ਵੀ ਘੇਰੇ, ਰਿਲਾਇੰਸ ਦੇ ਪੰਪਾਂ ਤੇ ਬੈਠੇ, ਅਸੀਂ ਰੇਲਵੇ ਸਟੇਸ਼ਨ ਸੰਗਰੂਰ ਤੇ ਨਿੱਤ ਜਾਂਦੇ ਤੇ ਉੱਥੇ ਆਪਣੇ ਸਟੇਜ ਲੱਗੀ ਹੁੰਦੀ ਸੀ, ਉਹਦੇ ਬਾਰੇ ਬੋਲਦੇ ਵੀ ਜਿਹੜੇ ਇਹ ਕਾਨੂੰਨ ਨੇ ਮੋਦੀ ਸਰਕਾਰ ਕਹਿ ਰਹੀ ਹੈ ਵੀ ਇਹ ਕਿਸਾਨਾਂ ਦੇ ਪੱਖ ਦੇ ਨੇ। ਪੱਖ ਦੇ ਨੇ। ਆਪਣੇ ਕਿਸਾਨਾਂ ਨੇ ਕਿਹਾ ਵੀ ਸਾਡੇ ਇਹ ਪੱਖ ਦੇ ਨਹੀਂ, ਸਾਤੋਂ ਕੋਈ ਪੁੱਛ ਕੇ ਨਹੀਂ ਬਣਾਏ, ਵੀ ਸਾਨੂੰ ਇਹ ਕਾਨੂੰਨਾਂ ਦੀ ਲੋੜ ਨਹੀਂ, ਵਾਪਸ ਕੀਤੇ ਜਾਣ। ਫਿਰ ਜਦੋਂ ਇਹ ਆਪਣੇ ਇੱਥੇ 56 ਦਿਨ ਅੰਦੋਲਨ ਚੱਲਿਆ ਪੰਜਾਬ ਦੇ ਵਿੱਚ, ਜਿਹੜੀ ਇਹ ਚੰਗਿਆੜੀ ਉੱਠੀ ਆ ਪਹਿਲਾਂ ਪੰਜਾਬ 'ਚ ਉੱਠੀ। ਜੀ ਬਿਲਕੁਲ। ਪੰਜਾਬ ਦੇ ਲੋਕਾਂ ਨੂੰ ਸਾਰਾ ਚਾਨਣ ਸੀ ਵੀ ਜਿਹੜੇ ਇਹ ਆਰਡੀਨੈਸ 3 ਦਿਨ ਲਿਆਂਦੇ ਨੇ ਇਹ ਆਪਾਂ ਨੂੰ ਤਬਾਹ ਕਰ ਦੇਣਗੇ, ਆਪਣੇ ਚੁੱਲ੍ਹੇ 'ਚ ਅੱਗ ਨਹੀਂ ਪੈਣੀ, ਜ਼ਮੀਨਾਂ ਆਪਣੇ ਰਹਿਣੀਆਂ ਨਹੀਂ, ਸਾਰਾ ਕੁਛ ਪੂੰਜੀਪਤੀ ਨੂੰ ਦੇਣਾ ਚਾਹੁੰਦੇ ਨੇ। ਫਿਰ ਉੱਥੋਂ ਜਦੋਂ ਆਪਣੇ ਮੀਟਿੰਗ ਕੀਤੀ ਅਸੀਂ 24 ਤਰੀਕ ਨੂੰ, ਮੈਂ ਜਥੇਬੰਦੀ ਵਿੱਚ ਜ਼ਿਲ੍ਹੇ ਦਾ ਵੀ ਆਗੂ ਆ, ਉਹਦੇ ਵਿੱਚ ਅਸੀਂ ਮੀਟਿੰਗ ਕੀਤੀ 24 ਤਰੀਕ ਨੂੰ ਵੀ ਆਪਾਂ 25 ਤੇ 26 ਨੂੰ ਦਿੱਲੀ ਨੂੰ ਰਵਾਨਾ ਹੋਵਾਂਗੇ। ਸਾਰੀਆਂ ਜਥੇਬੰਦੀਆਂ ਨੇ ਰੂਟ ਬਣਾਇਆ ਵੀ ਆਪਾਂ ਕਿਹੜਾ ਨੇ ਕਿੱਧਰ ਹੀ ਜਾਣਾ। ਅਸੀਂ ਜੀ ਪਟਿਆਲੇ ਨੂੰ, ਦਿੱਲੀ ਆਪਣੇ ਪਟਿਆਲੇ ਨੂੰ ਸਿੱਧਾ ਆਪਣੇ ਸਿੰਘੂ ਆਪਣੇ ਜਿਹੜਾ ਮੇਨ ਰੋਡ ਹੈ ਉੱਧਰ ਚੱਲੇ ਜੀ। ਉੱਥੇ ਜਦੋਂ ਸਾਨੂੰ ਪੰਜਾਬ ਦੇ ਵਿੱਚ ਕੋਈ ਤਕਲੀਫ ਨਹੀਂ ਆਈ, ਜਦੋਂ ਅਸੀਂ ਬਾਰਡਰ ਤੇ ਵਗ ਗਏ ਆਪਣੇ ਹਰਿਆਣੇ ਵਾਲੇ ਤੇ ਸੰਭੂ ਤੇ, ਉੱਥੇ ਫਿਰ ਸਾਡੀ ਪੂਰੀ ਤੁਹਾਨੂੰ ਪਤਾ ਹੈ ਟੱਕਰ ਲੱਗੀ ਹੈ ਸਰਕਾਰ ਦੇ ਨਾਲ। ਅਸੀਂ ਉੱਥੇ ਅਰਦਾਸ ਕਰਕੇ ਅੰਦਰ ਬੜੇ ਤੇ ਵੀ ਜਾਂ ਤਾਂ ਚਾਹੇ ਆਪਣੀਆਂ ਜਾਨਾਂ ਵਗ ਜਾਣ, ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਕੋਈ ਆਪਾਂ ਵਾਪਸ ਨਹੀਂ ਆਉਣਾ। ਅਸੀਂ ਅਰਦਾਸ ਕਰਕੇ ਬੜੇ ਤੇ ਅਸੀਂ ਬੈਰੀਕੇਡ ਤੋੜੇ ਨੌਜਵਾਨਾਂ ਨੇ। ਇਹਨਾਂ ਨਾਲ ਵੀ ਵਾਹ ਪੈਂਦਾ ਜੀ ਤੁਹਾਡਾ, ਆਪਾਂ ਜਿਨ੍ਹਾਂ ਦੇ ਘਰ ਬੈਠੇ ਆ ਚੱਠੇ ਸੇਖ ਸਾਡੇ ਨਾਲ ਤੇ ਸਾਡੇ ਨਾਲ ਉਦੋਂ ਸਾਡੇ ਨਾਲ ਤੇ ਜਦੋਂ ਬੈਰੀਕੇਡ ਤੋੜੇ ਨੇ ਉਦੋਂ ਵੀ ਸਾਡੇ ਨਾਲ ਤੇ। ਪਿਆਰੇ ਦਰਸ਼ਕੋ, ਸ਼ਹਾਦਤਾਂ ਦੇ ਇਸ ਸਫ਼ਰ ਦੇ ਵਿੱਚ ਵਕਤ ਇੱਕ ਛੋਟੇ ਬ੍ਰੇਕ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਸ਼ਹੀਦ ਸੁਖਦੇਵ ਪਿੰਡ ਚੱਠੇ ਸੇਖਵਾਂ ਦੇ ਪਰਿਵਾਰ ਦੇ ਨਾਲ ਤੁਹਾਡੀ ਸਾਂਝ ਪਾਵਾਂਗੇ, ਉਹਨਾਂ ਦੇ ਪੁੱਤਰ ਦੇ ਨਾਲ, ਉਹਨਾਂ ਦੇ ਪੋਤੇ ਦੇ ਨਾਲ। ਪਰਿਵਾਰ ਦਾ ਜੀ ਚਲਿਆ ਜਾਣਾ ਇਸ ਤੋਂ ਵੱਡਾ ਘਾਟਾ ਕੋਈ ਨਹੀਂ ਹੁੰਦਾ। ਫਿਰ ਵੀ ਤੁਹਾਨੂੰ ਪਰਿਵਾਰ ਦੇ ਜੀਆਂ ਦਾ ਦੁੱਖ ਦਰਦ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ। ਮਿਲਦੇ ਹਾਂ ਬ੍ਰੇਕ ਦੇ ਅਗਲੇ ਪਾਰ। ਸ਼ਹਾਦਤਾਂ ਦੇ ਇਸ ਸਫ਼ਰ ਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਪਿੰਡ ਚੱਠੇ ਸੇਖਵਾਂ ਦੇ ਸ਼ਹੀਦ ਸੁਖਦੇਵ ਹੋਰਾਂ ਦੇ ਘਰ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਬੈਠੇ। ਦਿਲਪ੍ਰੀਤ, ਪਹਿਲਾਂ ਤਾਂ ਦੁੱਖ ਹੈ ਬਾਈ ਕਿ ਤੁਹਾਡੇ ਬਾਪੂ ਜੀ ਹੁਣ ਤੁਹਾਡੇ ਨਾਲ ਨਹੀਂ ਹੈਗੇ, ਇਸ ਧਰਤੀ ਤੇ ਨਹੀਂ ਹੈਗੇ। ਦਿਲਪ੍ਰੀਤ, ਕਿਵੇਂ ਜੇ ਸੀ ਤੁਹਾਡੇ ਬਾਪੂ ਦਾ ਜਦ ਸੁਨੇਹਾ ਲੱਗਿਆ ਵੀ ਦਿੱਲੀ ਨੂੰ ਜਾਣਾ ਹੈ ਜਾਂ ਦਿੱਲੀ ਜਾਣ ਦੀ ਤਿਆਰੀ, ਕੀ ਕਹਿੰਦਾ ਸੀ ਤੁਹਾਡਾ ਲਾਣੇਦਾਰ? ਬਾਪੂ ਜੀ ਮੈਂ ਰੋਕਦਾ ਜੀ, ਕਹਿੰਦਾ ਮੈਂ ਜਾਊਂਗਾ ਜੀ। ਤੁਹਾਡੇ ਮਨ 'ਚ ਕੀ ਰੋਕਦੇ ਕਿਉਂ ਸੀ? ਕਿਉਂ ਕਿਹਾ ਤਾਂ ਹੋਇਆ ਸੀ ਸਾਰੇ ਪਿੰਡਾਂ ਨੇ ਵੀ ਭਾਈ ਜਾਣਾ ਹੀ ਜਾਣਾ ਜੀ। ਮੈਂ ਇਕੱਲਾ ਸੀਗਾ ਜੀ। ਅੱਛਾ। ਜਵਾਕਾਂ ਜੀ ਕੋਈ ਹੈ ਨਹੀਂਗਾ, ਮੈਂ ਉਹਨਾਂ ਪਰਾਂ ਵਗ ਜਾਣਾ ਜੀ, ਹਾਂਜੀ। ਘਰੇ ਰਹਿੰਦੇ ਤੇ ਜੀ। ਜੀ ਹੁਣ ਕੰਮ ਕਾਰ ਕਰਦੇ ਜੀ, ਘਰ ਕੋਈ ਕਬੀਲਦਾਰੀ ਦਾ ਕਰਨਾ, ਉਹਨਾਂ ਪਰਾਂ ਜਾਣਾ ਖੜਾ ਮੇਰਾ, ਉਹ ਘਰੇ ਰਹਿੰਦੇ ਜਵਾਕਾਂ ਜੀ। ਮੈਂ ਨੇਰੇ ਸਵੇਰੇ ਆ ਜਾਣਾ, ਕਿਤੇ ਕੋਈ ਡਰ ਨਹੀਂ ਜੀ ਮਗਰੋਂ ਜੀ ਵੀ ਜਵਾਕ ਬਾਪੂ ਹੈਗੇ ਜੀ ਘਰੇ। ਹੌਸਲਾ ਹੁੰਦਾ ਸੀਗਾ, ਇੱਕ ਸਹਾਰਾ ਹੁੰਦਾ ਸੀ ਸਾਰਾ ਦੀ ਜੀ, ਪੂਰਾ ਸਾਰਾ ਦੀ। ਜੇ ਉਹਨਾਂ ਪਰਾਂ ਵਗ ਜਾਣਾ ਜੀ ਮਗਰ ਸੋਚ ਨਹੀਂ ਦੀ ਕੋਈ। ਕਿੰਨਾ ਟਾਈਮ ਰਹੇ ਬਾਪੂ ਉੱਥੇ? ਲਾਏ ਨਹੀਂ ਲਗਾਤਾਰ 5-6 ਮਹੀਨੇ ਇਕੱਠੇ ਲੱਗ 6 ਮਹੀਨੇ ਮੰਗੂ ਨਾ ਵਿੱਚ ਜਮੀ ਨਹੀਂ ਘਰੇ ਪਹੁੰਚਿਆ ਬੰਦਾ ਨਾ ਜੀ, ਜਮੀ ਨਹੀਂ ਆਇਆ ਜੀ। ਮੈਂ ਫੋਨ ਕਰਦਾ ਵੀ ਕਹਿੰਦਾ ਵੀ ਆ ਜਾ, ਫਿਰ ਬਿਜਲੀ ਲਾ ਕੇ ਤੇ ਹਫਤਾ ਕੇ ਜੀ ਫੇਰ ਮੁੜ ਗਏ ਜੀ। 6 ਮਹੀਨਿਆਂ ਚ ਇੱਕ ਦੋ ਵਾਰੀ ਆਇਆ ਬਸ ਘਰੇ? ਇੱਕ ਵਾਰੀ ਆਏ ਦੀ ਜੀ, ਇੱਕ ਵਾਰੀ 6 ਮਹੀਨਿਆਂ ਚ ਸਿਰਫ ਇੱਕ ਵਾਰੀ। ਬਈ ਇਹੋ ਜਿਹਾ ਕੀ ਮਤਲਬ ਉੱਥੋਂ ਆ ਕੇ ਜਾਂ ਫੋਨ ਤੇ ਤੁਸੀਂ ਗੱਲ ਕਰਦੇ ਸੀ, ਉੱਥੇ ਦੀ ਕੋਈ ਨਾ ਕੋਈ ਗੱਲਬਾਤ ਦੱਸਦੇ ਹੋਣਗੇ? ਬਸ ਇਹੀ ਕਹਿੰਦਾ ਜੀ ਵੀ ਅਸੀਂ ਤਾਂ ਜਿੱਤ ਕੇ ਆਵਾਂਗੇ ਜੀ, ਹੁਣ ਕਾਨੂੰਨ ਵਾਪਸ ਲੈ ਕੇ ਆਵਾਂਗੇ ਆਪਦੀ। ਪੱਕੀ ਸੋਚ ਧਾਰੀ ਹੋਈ? ਹਾਂਜੀ ਹਾਂਜੀ, ਵੀ ਉਹਨਾਂ ਚਿਰ ਨਹੀਂ ਆਉਂਦਾ ਜੀ। ਲਾਣੇਦਾਰ ਨੂੰ ਕੀ ਇਹ ਸੋਚ ਬਣ ਗਈ ਸੀ ਵੀ ਮਤਲਬ ਉਹਨੂੰ ਇਹ ਲੱਗਦਾ ਸੀ ਵੀ ਜੇ ਕਾਨੂੰਨ ਨਾ ਮੁੜੇ ਜਾਂ ਜੇ ਨਾ ਜਿੱਤੇ
ਵੀ ਫੇਰ ਸਾਡੀਆਂ ਜ਼ਮੀਨਾਂ ਨੂੰ ਖਤਰਾ ਹੈ ਜਾਂ ਸਾਡੇ ਚੁੱਲ੍ਹਿਆਂ ਨੂੰ ਖਤਰਾ ਹੈ? ਹਾਂ ਜੀ ਇਹੀ ਤੀ ਜੀ। ਉਹਦਾ ਹੀ ਸੋਚ ਹੀ ਰਹਿੰਦੀ ਵੀ ਇਹਨਾਂ ਚੱਕਰਾਂ ਉਹਦੀ ਨਹੀਂ ਜਿੰਨਾ ਕਰ ਮੋਦੀ ਮੰਨਦਾ ਨਹੀਂ ਜੀ। ਅੱਛਾ ਇਹੀ ਸੋਚੀ ਜਾਂਦਾ ਹਾਂ ਸੀ। ਜੀ, ਸਾਰਿਆਂ ਨੂੰ ਤੀ ਜਦ ਆਏ ਫਿਰ ਕੀ ਢਿੱਲ ਮੱਠ ਕੀ ਬਸ ਜੀ ਉੱਥੇ ਹੀ ਢਿੱਲਾ ਹੋ ਕੇ ਆਏ ਦੀ ਜੀ। ਮੈਂ ਡਾਕਟਰ ਦੇ ਬਾਗੇ ਬਾਰਡਰ ਤੋਂ ਸਿੰਘੂ ਬਾਰਡਰ ਤੋਂ ਹੀ ਢਿੱਲਾ ਢਿੱਲਾ ਹੋ ਕੇ ਆਏ ਦੀ। ਹਾਂ ਜੀ ਮੈਂ ਆ ਕੇ ਜੀ ਮੈਂ ਪਾਪੇ ਕੁਝ ਦੁਖਦਾ ਤੇਰਾ? ਕਹਿੰਦਾ ਨਾ ਕੁਝ ਨਹੀਂ ਦੁਖਦਾ ਜੀ। ਨਾ ਨਵਾਤਾ ਜੀ ਤੱਤੇ ਪਾਣੀ ਨਾਲ ਜੀ, ਨਾਲ ਆ ਵਧੀਆ ਜੀ। ਬਸ ਰੋਟੀ ਖਾਧੀ ਥੋੜੀ ਖਾਧੀ ਜੀ, ਪਹਿਲਾਂ ਖਾ ਜਾਂਦੀ 2 ਰੋਟੀ ਦਿਨ, ਬਸ ਉਹਦੇ 1 ਰੋਟੀ ਖਾਧੀ ਜੀ। ਫਿਰ ਦੁਬਾਰਾ 2 ਦਿਨ ਢਿੱਲਾ ਰਿਹਾ ਜੀ। ਮੈਂ ਡਾਕਟਰ ਨੇ ਜਵਾਬ ਦਿੱਤਾ ਜੀ। ਅੱਛਾ ਹਾਂ ਜੀ ਮਤਲਬ ਸਮਝ ਹੀ ਕੋਈ ਨਹੀਂ ਆਇਆ ਡਾਕਟਰ ਸਮਝ ਨੂੰ ਵੀ? ਨਹੀਂ ਆਇਆ ਜੀ। ਕੋਈ ਟੈਸਟ ਕਰਾਏ ਉਹ 'ਚ ਵੀ ਨਹੀਂ ਸਮਝ ਆਈ ਜੀ ਕੋਈ। ਬਈ ਘਰੇ ਕਹਿੰਦਾ ਸੇਵਾ ਕਰ ਲਓ ਜਾ। ਅੱਛਾ ਹਾਂ ਜੀ ਫਿਰ ਤਾਂ ਜਾ ਕੇ ਬੋਲੀ ਨਹੀਂ ਹੈਗੇ ਜੀ। ਬਈ ਹੁਣ ਫਿਰ ਕਿਵੇਂ ਲੱਗਦਾ ਵੀ ਲਾਣੇਦਾਰ ਦਾ ਐ ਚਲੇ ਜਾਣਾ ਤੁਹਾਡੇ ਸਾਹਮਣੇ ਹੁੰਦਾ, ਤੁਸੀਂ ਸੇਵਾ ਸੂਬਾ ਚੱਲ 2-4-5 ਮਹੀਨੇ ਕਰਦਾ ਬੰਦਾ, ਢਿੱਲ ਮੱਠ ਹੁੰਦੀ ਹੈ, ਕਿਵੇਂ ਲੱਗਦਾ ਕੀ ਹੈ ਮਨ ਦੀ? ਬਸ ਜੀ ਘਰ ਖਾਲੀ ਹੋ ਗਿਆ ਜੀ। ਹੁਣ ਕਦੋਂ ਜਾਂਦੇ ਆ ਜੀ ਬਸ ਰੋਣ ਆਉਂਦਾ ਜੀ। ਜਿੰਦਾ ਲਾ ਕੇ ਜਾਂਦੇ ਜੀ ਉਹਨਾਂ ਕੋਲ। ਕਿਸੇ ਪਾਸੇ ਨਹੀਂ ਜਾਂਦੇ ਤਾਂ ਹੀ ਕਹਿੰਦੇ ਨੇ ਬਜ਼ੁਰਗ ਘਰ ਦਾ ਚੰਦਾ ਹੁੰਦੇ ਨੇ। ਹਾਂ ਜੀ ਬਸ ਗੇਟ ਖੁੱਲ੍ਹਾ ਸੀ ਜੀ ਉਹਨਾਂ ਨੇ ਬੈਠੇ। ਲਾਣੇਦਾਰ ਬੈਠਾ ਸੀ, ਗੇਟ ਖੁੱਲ੍ਹਾ ਸੀ ਨਾ। ਜ਼ਿੰਮੇਵਾਰ ਕਿਹਨੂੰ ਮੰਨਦਾ ਬਾਈ? ਬਿਮਾਰੀ ਨੂੰ ਜ਼ਿੰਮੇਵਾਰ ਮੰਨਦਾ ਹੈ ਕਿ ਕੋਈ ਹੋਰ ਗੱਲ ਲੱਗਦੀ ਹੈ? ਬਸ ਜੀ ਹੁਣ ਤਾਂ ਪ੍ਰਮਾਤਮਾ ਜਾਣਦਾ ਜੀ ਕੌਣ ਜ਼ਿੰਮੇਵਾਰ ਹੈ ਜੀ ਉਹਦਾ। ਨਹੀਂ ਐਂ ਵੀ ਲੱਗਦਾ ਵੀਰ ਤੈਨੂੰ ਵੀ ਜੇ ਸਰਕਾਰ ਕਾਨੂੰਨ ਨਾ ਬਣਾਉਂਦੀ? ਹਾਂ ਖਬਰਾਂ ਨਾ ਢਿੱਲਾ ਹੁੰਦਾ ਜੀ ਉੱਥੋਂ ਘਰੇ ਰਹਿੰਦਾ ਜੀ ਵਧੀਆ ਜੀ, ਤੁਰਦਾ ਫਿਰਦਾ ਜੀ ਜਵਾਕਾਂ 'ਚ ਬੈਠਾ ਦੀ ਜੀ। ਆਪਦੇ ਹੱਸਦੇ ਖੇਡਦੇ ਦੇ ਜੀ। ਹਾਂ ਜਵਾਕ ਦੇ ਜੀ ਪਾਪਾ ਪਾਪਾ ਕਰਦੇ ਤੇ ਜੀ। ਜਦੋਂ ਆ ਜਾਂਦਾ ਚਾਹ ਪਾਣੀ ਪੁੱਛਦੇ ਤੇ ਜੀ, ਸਾਰਾ ਕੁਝ ਮੋਹ ਤਾਂ ਜਵਾਕਾਂ ਨਾਲ ਪੂਰਾ ਤੇ ਜੀ। ਪੁੱਤ ਪੋਤਿਆਂ ਨਾਲ ਤਾਂ ਵੱਧ ਹੁੰਦਾ ਹੈ। ਹਾਂ ਜੀ ਹਾਂ। ਬੇਟਾ ਕੀ ਨਾਂ ਤੇਰਾ? ਹਰਮਨਦੀਪ। ਹਰਮਨ ਕਿਹੜੀ ਕਲਾਸ 'ਚ ਪੜ੍ਹਦੇ ਹੋ? 9th। ਬੱਚੇ ਤੁਹਾਡੇ ਦਾਦਾ ਜੀ ਨਾਲ ਤੇਰਾ ਕਿੰਨਾ ਕੁ ਪਿਆਰ ਸੀ? ਬਹੁਤ ਸੀ। ਕਿਹੜੀਆਂ ਗੱਲਾਂ ਜਿਹੜੀਆਂ ਚੇਤੇ ਆਉਂਦੀਆਂ ਦਾਦਾ ਜੀ ਦੇ? ਯਾਦ ਆਉਂਦਾ ਕੁਝ ਦਾਦੇ ਦੀ? ਘੂਰਦਾ ਵੀ ਹੋਊਗਾ, ਖੇਡਦਾ ਵੀ ਹੋਊ ਤੁਹਾਡੇ ਨਾਲ, ਹੈ ਪੁੱਤ? ਬਾਪੂ ਦੀਆਂ ਕਿਹੜੀਆਂ ਗੱਲਾਂ ਯਾਦ ਆਉਂਦੀਆਂ? ਕੀ ਕਹਿੰਦਾ ਹੁੰਦਾ ਸੀ? ਕੀ ਕਹਿ ਕੇ ਬੁਲਾਉਂਦਾ ਸੀ ਤੈਨੂੰ? ਹਰਮਨ ਪੁੱਤ। ਹਰਮਨ ਪੁੱਤ? ਹੁਣ ਕਹਿੰਦਾ ਹਰਮਨ ਪੁੱਤ ਕੋਈ? ਹੁਣ ਤਾਂ ਡੈਡੀ ਕਹਿੰਦੇ ਹੋਣਗੇ ਜਾਂ ਮੰਮੀ ਕਹਿੰਦੀ ਹੋ? ਹਾਂਜੀ। ਤੁਹਾਡੇ ਬਾਪੂ ਜੀ ਨਾਲ, ਤੁਹਾਡੇ ਸਹੁਰਾ ਸਾਹਿਬ ਨਾਲ ਤੁਹਾਡਾ ਨੂੰਹ ਵਾਲਾ ਰਿਸ਼ਤਾ ਸੀ ਕਿ ਧੀ ਵਾਲਾ ਰਿਸ਼ਤਾ? ਧੀ ਵਾਲਾ ਰਿਸ਼ਤਾ ਸੀ। ਮਾਂ ਬਾਪ ਲੱਗਦੇ ਸੀ ਉਹ ਤਾਂ ਮੈਨੂੰ। ਕਿੰਨਾ ਕੁ ਪਿਆਰ ਕਰਦਾ ਸੀ ਭੈਣ? ਬਹੁਤ ਜ਼ਿਆਦਾ ਕਰਦਾ। ਸੰਭਾਲ ਜਵਾਕਾਂ ਦੀ ਤੁਹਾਡੀ ਬਹੁਤ ਜ਼ਿਆਦਾ ਕਰਦਾ ਸੀਗਾ ਸਾਰਿਆਂ ਦੇ, ਬੱਚਿਆਂ ਦਾ ਵੀ ਸਾਡਾ ਵੀ। 5 ਮਹੀਨੇ ਜਦੋਂ 6 ਮਹੀਨੇ ਉਹ ਲਗਾਤਾਰ ਉੱਥੇ ਦਿੱਲੀ ਹੋ ਰਹੇ, ਬਾਰਡਰ ਤੇ ਰਹੇ, ਤੁਸੀਂ ਕਦੇ ਜ਼ੋਰ ਪਾ ਕੇ ਕਿਹਾ ਨਹੀਂ ਵੀ ਆ ਜਾਓ ਭਾਈ, ਜਿਹੜਾ ਗੂੜਾ ਮਾਰ ਦਿਓ ਵਿੱਚ ਦੀ? ਹਾਂਜੀ ਅਸੀਂ ਫੋਨ ਤੇ ਗੱਲ ਕਰਦੇ ਹੁੰਦੇ। ਕਹਿੰਦਾ ਪੁੱਤ ਤੁਸੀਂ ਫਿਕਰ ਨਾ ਕਰੋ, ਮੈਂ ਠੀਕ ਹਾਂ ਇੱਥੇ, ਤੇ ਅਸੀਂ ਹੁਣ ਕਾਨੂੰਨ ਵਾਪਸ ਕਰਾ ਕੇ ਆਵਾਂਗੇ, ਬਸ ਇਹ ਗੱਲ ਕਹਿ ਦਿੰਦੇ ਸੀ। ਹੋਰ ਅਖੀਰਲਾ ਟਾਈਮ ਕਿਹਾ ਜਾ ਸੀ ਭੈਣੇ ਜਦ ਇੱਥੇ ਪਿੰਡ ਆ ਗਏ ਸੀਗੇ, ਕਿਵੇਂ ਜੇ ਕਿਹਾ ਜਾ ਢਿੱਲਾ ਮੱਠਾ ਸੀ? ਬਸ ਢਿੱਲਾ ਹੀ ਸੀ। ਅਸੀਂ ਨੂੰ ਵੀ ਐਵੇਂ ਤੀਗਾ, ਅਸੀਂ ਡਾਕਟਰ ਨੂੰ ਵੀ ਦਿਖਾਇਆ ਤੇ ਵੀ ਡਾਕਟਰ ਕਹਿੰਦੇ ਵੀ ਇਹਦੀ ਸੇਵਾ ਕਰ ਲਓ। ਬਹੁਤ ਜ਼ਿਆਦਾ ਢਿੱਲਾ ਹੋ ਗਿਆ ਸੀਗਾ, ਪਰ 5-7 ਦਿਨ ਹੀ ਕੱਟੇ ਉਹਨੇ। ਸੇਵਾ ਕਰਨ ਦਾ ਮੌਕਾ ਵੀ ਨਹੀਂ ਮਿਲਿਆ? ਨਾ ਜੀ, ਖਾਲੀ ਖਾਲੀ ਲੱਗਦਾ ਹੀ ਘਰ, ਸੁੰਨਾ ਸੁੰਨਾ ਜੀ ਲੱਗਦਾ ਜੀ ਉਹੀ ਘਰ। 2019 ਚ ਸਾਡੀ ਮੰਮੀ ਜੀ ਗੁਜ਼ਰ ਗਏ ਸੀ। ਅੱਛਾ। ਹਾਂਜੀ। ਹੁਣ ਪਾਪਾ ਜੀ ਬਹੁਤ ਜ਼ਿਆਦਾ ਘੱਟ ਆ, ਸਾਡੇ ਪਰਿਵਾਰ ਨੂੰ ਪੈ ਗਿਆ ਉਹਨਾਂ ਦੋਵਾਂ ਨਾਲ। ਕੀ ਨਾ ਪੁੱਤਰ ਤੇਰਾ? ਕਰਨਵੀਰ ਜੀ। ਕਿਹੜੀ ਕਲਾਸ ਚ ਕਰਨਵੀਰ? 7th। ਕਰਨਵੀਰ ਤੁਹਾਡੇ ਦਾਦਾ ਜੀ ਨਾਲ ਕੀ ਕਹਿੰਦਾ ਸੀ ਤੂੰ? ਦਾਦਾ ਕਹਿੰਦਾ ਸੀ ਬਾਪੂ ਕਹਿੰਦਾ ਸੀ? ਦਾਦਾ ਜੀ। ਦਾਦਾ ਕਹਿੰਦੇ ਸੀ? ਪਾਪੇ ਦੀ ਕੋਈ ਯਾਦ ਹੈ? ਦਾਦਾ ਜੀ ਦੀ ਕੋਈ ਯਾਦ ਹੈ? ਕਿਵੇਂ ਸੀ? ਤੈਨੂੰ ਘੂਰਦੇ ਸੀਗੇ, ਤੈਨੂੰ ਪਿਆਰ ਕਰਦੇ ਸੀ, ਲਾੜ ਲੜਾਉਂਦੇ ਸੀ, ਰੋਕਦੇ ਸੀ? ਪਿਆਰ ਕਰਦੇ।
ਕਿਵੇਂ ਪੁੱਤ ਕੀ ਕਹਿ ਕੇ ਬੁਲਾਉਂਦੇ ਤੈਨੂੰ? ਕਰਨੀ ਕਰਨ ਕੀ ਗੱਲਾਂ ਨੇ ਜਿਹੜੀਆਂ ਤੈਨੂੰ ਬਾਪੂ ਦੀਆਂ ਯਾਦ ਆਉਂਦੀਆਂ? ਜਦ ਧਰਨੇ 'ਚ ਗਏ ਤੇਰੇ ਨਾਲ ਵੀ ਫੋਨ ਤੇ ਗੱਲ ਹੁੰਦੀ ਸੀ? ਹਾਈ ਕਰਦਾ ਹੀ ਫੋਨ ਤੇ ਗੱਲ? ਹਾਈ ਕੀ ਗੱਲਾਂ ਸੁਣਾਉਂਦੇ ਸੀ ਧਰਨੇ ਦੀਆਂ ਤੈਨੂੰ? ਦੱਸਦੇ ਹੁੰਦੇ ਸੀ ਉੱਥੇ ਕੀ ਹੁੰਦਾ ਕੀ ਹੁੰਦਾ? ਹਾਈ ਸਾਰਾ ਕੁਝ ਦੱਸ ਦਿੰਦੀ ਆ। ਜਦੋਂ ਮੈਂ ਬੱਚੇ ਦਾ ਵੀ ਆ ਜਾਈ ਉਹ ਕਹਿੰਦੇ ਹੁੰਦੇ ਆ ਜਾਾਂਗੇ ਆ ਜਾਾਂਗੇ। ਹਾਈ ਬਸ ਆਈ ਨਹੀਂ। ਇਹਨਾਂ ਜਜ਼ਬਾਤਾਂ ਦਾ ਕੀ ਕਰੀਏ? ਸੋਚਣਾ ਤਾਂ ਸਰਕਾਰਾਂ ਨੇ ਆ, ਅਸੀਂ ਸਿਰਫ ਜ਼ਰੀਆ ਬਣਦੇ ਹਾਂ। ਅਸੀਂ ਇਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਵੀ ਨਾਲ ਹਾਂ, ਅਸੀਂ ਇਹਨਾਂ ਦੇ ਦੁੱਖ ਦੇ ਵਿੱਚ ਵੀ ਨਾਲ ਹਾਂ, ਅਸੀਂ ਇਹਨਾਂ ਦੇ ਗਮ ਦੇ ਵਿੱਚ ਵੀ ਨਾਲ ਹਾਂ, ਅਸੀਂ ਇਹਨਾਂ ਦੇ ਸੰਘਰਸ਼ ਦੇ ਵਿੱਚ ਵੀ ਨਾਲ ਹਾਂ। ਜਿਹੜਾ ਸੰਘਰਸ਼ ਇੱਕ ਜੀ ਦੇ ਜਾਣ ਤੋਂ ਬਾਅਦ, ਉਹ ਜੀ ਚਾਹੇ ਬਜ਼ੁਰਗ ਹੀ ਕਿਉਂ ਨਾ ਹੋਵੇ, ਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਨੇ। ਜਿੱਦਾਂ ਬਾਈ ਨੇ ਪਹਿਲਾਂ ਆਖਿਆ ਕਿ ਹੁਣ ਘਰ ਸੁਣਨਾ ਲੱਗਦਾ, ਚਾਰੇ ਜੀਆਂ ਨੂੰ ਜਾਣਾ ਪੈਂਦਾ। ਹੁਣ ਇਹਨਾਂ ਦੇ ਮੁੱਖ ਦਰਵਾਜ਼ੇ ਦੇ ਉੱਤੇ, ਮੇਨ ਗੇਟ ਦੇ ਉੱਤੇ ਤਾਲਾ ਲੱਗਦਾ ਹੈ। ਨਹੀਂ ਤਾਂ ਜੇ ਸੁਖਦੇਵ ਹੋਰੀ ਇਸ ਧਰਤੀ ਤੇ ਹੁੰਦੇ, ਇਹ ਜਿਵੇਂ ਮਰਜ਼ੀ ਜਿਹੜੇ ਮਰਜ਼ੀ ਰਿਸ਼ਤੇਦਾਰੀ 'ਚ ਘੁੰਮ ਫਿਰ ਕੇ ਆਉਂਦੇ, ਬਾਈ ਸੁਖਦੇਵ ਆਪਣੇ ਘਰ ਦੀ ਰਾਖੀ ਦੇ ਵਿੱਚ ਆਪਣੇ ਘਰ ਦੇ ਵਿੱਚ ਬੈਠਾ ਹੁੰਦਾ। ਪਰ 3 ਕਾਨੂੰਨ ਆਏ, ਲੜਾਈ ਲੜੀ, ਉਸ ਲੜਾਈ ਦੇ ਵਿੱਚ ਸ਼ਹਾਦਤਾਂ ਦੇ ਰੂਪ ਦੇ ਵਿੱਚ, ਨੀਹਾਂ ਦੇ ਰੂਪ ਦੇ ਵਿੱਚ ਸ਼ਹੀਦ ਸੁਖਦੇਵ ਦਾ ਨਾਮ ਸ਼ਾਮਲ ਹੋਇਆ।